कंसीडर पहला तो जॉन मिल्टन कौन होंदा। जॉन मिल्टन एक राइटर होंदा वा, ठीक है। ਉਹਦੇ ਨਾ 44 ਈਅਰਸ ਦੇ ਵਿੱਚ ਆਈਸ ਬਲਾਈਂਡ ਹੋ ਜਾਂਦੀਆਂ ਨੇ। ਜਦੋਂ ਉਹਦਾ ਮਤਲਬ ਕਿ ਹੁਣ ਬਾਹਰ ਆਉਣ ਵਾਲਾ ਹੁੰਦਾ ਵਾ, ਉਹਨੂੰ ਐਂ ਲੱਗਦਾ ਕਿ ਮੈਂ ਹੁਣ ਕੁਛ ਕਰ ਸਕਦਾ ਵਾ, ਜਦੋਂ ਉਹ ਬਲਾਈਂਡ ਹੋ ਜਾਂਦਾ। ਹੁਣ ਆਪਾਂ ਇੱਕ ਇਮੈਜਿਨ ਕਰੀਏ ਵੀ ਇੱਕ ਬੰਦਾ ਵਾ ਜਿਵੇਂ ਇੱਕ ਰਨਰ ਹੀ ਆ, ਠੀਕ ਆ। ਉਹ ਕੁਛ ਜ਼ਿੰਦਗੀ 'ਚ ਕਰਨਾ ਚਾਹੁੰਦਾ, ਉਹਨੂੰ ਪਤਾ ਹੁਣ ਮੈਂ ਕਰ ਦੂੰਗਾ, ਬਟ ਉਹ ਜਦੇ ਕੁਛ ਉਹਦੇ ਨਾਲ ਹਾਫਰ ਜਾਵੇ ਤਾਂ ਉਹ ਤੋਂ ਬਾਅਦ ਉਹਨੇ ਨਾ ਇੱਕ ਪੋਇਮ ਲਿਖੀ, ਬਲਾਈਂਡ ਹੋਣ ਤੋਂ ਬਾਅਦ ਲਿਖੀ ਹੋਈ ਪੋਇਮ ਆ ਉਹਦੀ ਇਹ। ਅਤੇ ਉਹਦੇ ਵਿੱਚ ਉਹ ਆਪਣਾ ਇਹ ਗੋਡ ਨੂੰ ਇੱਕ ਕੁਐਸਚਨ ਕਰਦਾ ਵਾ ਵੀ ਹੁਣ ਬਲਾਈਂਡ ਬੰਦਾ ਗੋਡ ਇਹੋ ਜਿਹਾ ਕੀ ਕਰੇ ਸੋ ਦੈਟ ਕਿ ਉਹ ਗੋਡ ਨੂੰ ਸਰਵ ਕਰ ਸਕੇ। ਤਾਂ ਇਸ ਪੋਇਮ ਦੇ ਵਿੱਚ ਆਪਾਂ ਅੱਜ ਆਹੀ ਦੇਖਾਂਗੇ। ਪੋਇਮ ਸਟਾਰਟ ਕਰਦੇ। ਵੈਨ ਆਈ ਕੰਸੀਡਰ ਹਾਊ ਮਾਈ ਲਾਈਟ ਇਜ਼ ਸਪੈਂਡ, ਵੀ ਜਦ ਵੀ ਮੈਂ ਇਹ ਸੋਚਦਾ ਵਾਂ ਵੀ ਜਿਵੇਂ ਮੇਰੀ ਅੱਖਾਂ ਦੀ ਰੋਸ਼ਨੀ ਯੂਜ਼ ਹੋਈ ਆ ਐਰੇ ਹਾਫ ਮਾਈ ਡੇਜ਼, ਵੀ ਮੇਰੀ ਅੱਧੀ ਉਮਰ ਤੋਂ ਪਹਿਲਾਂ, ਐਰੇ ਮੀਨਿੰਗ ਬਿਫੋਰ, ਇਨ ਦਿਸ ਡਾਰਕ ਵਰਲਡ ਐਂਡ ਵਾਈਡ। ਹੁਣ ਜਿਹੜਾ ਅੰਧਾ ਬੰਦਾ ਹੁੰਦਾ ਵਾ, ਠੀਕ ਆ, ਉਹਦੇ ਲਈ ਸਭ ਕੁਛ ਹਨੇਰਾ ਹੀ ਹਨੇਰਾ ਹੁੰਦਾ ਵਾ। ਹੁਣ ਜਦ ਆਪਾਂ ਹਨੇਰੇ ਅੱਖਾਂ ਬੰਦ ਕਰਕੇ ਹਨੇਰਾ ਕਰਦੇ ਹਾਂ, ਹਨੇਰੇ ਨੂੰ ਦੇਖਾਂਗੇ ਤਾਂ ਉਹ ਬਹੁਤ ਜ਼ਿਆਦਾ ਵਾਈਡ ਦਿੰਦਾ ਵਾ। ਬਸ ਉਹਦੇ ਵਿੱਚ ਉਹਨੇ ਉਹੀ ਕਿਹਾ ਵਾ ਵੀ ਜਿਹੜਾ ਆਹ ਹੁਣ ਸਭ ਚੀਜ਼ਾਂ ਮੇਰੇ ਲਈ ਬਹੁਤ ਡਾਰਕ ਹੋ ਚੁੱਕੀਆਂ ਨੇ ਅਤੇ ਵਾਈਡ ਹੋ ਚੁੱਕੀਆਂ ਨੇ। ਐਂਡ ਦੈਟ ਵਨ ਟੈਲੈਂਟ ਵਿਚ ਇਜ਼ ਡੈਥ ਟੂ ਹਾਈਡ, ਵੀ ਇੱਕ ਉਹ ਟੈਲੈਂਟ ਜਿਹੜਾ ਮੇਰੇ ਅੰਦਰ ਸੀਗਾ ਉਹ ਹੁਣ ਖਤਮ ਹੋਣ ਵਾਲਾ ਵਾ, ਖਤਮ ਹੀ ਹੋ ਗਿਆ ਇੱਕ ਤਰੀਕੇ ਨਾਲ, ਡੈਥ ਟੂ ਹਾਈਡ ਆ। ਲੋਸਟ ਵਿਦ ਮੀ ਯੂਜ਼ਲੈਸ, ਕਿ ਹੁਣ ਉਹ ਮੇਰੇ ਨਾਲ ਯੂਜ਼ਲੈਸ ਆ, ਵੀ ਮੇਰੇ ਕਿਸੇ ਕੰਮ ਦਾ ਨਹੀਂ ਰਿਹਾ। ਥਰੂ ਮਾਈ ਸੋਲ ਮੋਰ ਬੈਂਟ ਟੂ ਸਰਵ ਦੇਅਰ ਵਿਦ ਮਾਈ ਮੇਕਰ, ਵੀ ਮੇਰੀ ਹਜੇ ਆਤਮਾ ਵਾ ਜਿਹੜੀ ਉਹ ਹਜੇ ਵੀ ਪਰਮਾਤਮਾ ਨੂੰ ਸਰਵ ਕਰਨ ਲਈ, ਉਹਨਾਂ ਨੂੰ ਸਰਵ ਕਰਨ ਦੇ ਲਈ ਹਜੇ ਵੀ ਇੱਛੁਕ ਹੈਗੀ ਆ। ਐਂਡ ਪ੍ਰੈਜ਼ੈਂਟ ਮਾਈ ਟਰੂ ਅਕਾਊਂਟ ਲੈਸਟ ਹੀ ਰਿਟਰਨਿੰਗ ਚਾਈਲਡ, ਚਾਈਲਡ ਦਾ ਮੀਨਿੰਗ ਹੁੰਦਾ ਉਹਦੇ, ਚਾਈਲਡ ਦਾ ਮੀਨਿੰਗ ਹੁੰਦਾ ਵਾ ਝਿੜਕਣਾ, ਵੀ ਜਦ ਮੈਂ ਉਹਨਾਂ ਕੋਲ ਜਾਵਾਂ, ਉਹਨਾਂ ਨੂੰ ਆਪਣਾ ਕੱਚਾ ਚਿੱਠਾ ਕਹਿੰਦੇ ਨੇ ਹੁੰਦੇ, ਖੋਲ੍ਹਦੇ ਹੁੰਦੇ ਨੇ ਉੱਥੇ ਜਾ ਕੇ, ਵੀ ਜਦ ਉਹ ਮੇਰਾ ਖੁੱਲੂਗਾ ਤਦ ਉੱਥੇ ਜਿਹੜੇ ਪਰਮਾਤਮਾ ਵਾ ਉਹ ਮੈਨੂੰ ਡਾਂਟਣ ਨਾ। ਡੋਥ ਗੋਡ ਐਕਸੈਕਟ ਡੇ ਲੇਬਰ, ਵੀ ਜਿਹੜਾ ਡਸ, ਡੋ ਦਾ ਮੀਨਿੰਗ ਦਾ ਡਸ, ਕੀ ਪਰਮਾਤਮਾ ਕੰਮ ਚਾਹੁੰਦਾ ਵਾ। ਲਾਈਟ ਡਿਨਾਈਡ, ਵੀ ਜਿਹੜੇ ਬੰਦੇ ਅੰਨੇ ਹੁੰਦੇ ਨੇ ਉਹਨਾਂ ਤੋਂ ਵੀ। ਹੁਣ ਬੰਦੇ ਨੇ ਕੁਐਸਚਨ, ਜੌਨ ਮਿਲਟਨ ਨੇ ਕੁਐਸਚਨ ਕੀਤਾ ਵਾ, ਆਈ ਫਾਊਂਡਲੀ ਆਸਕ, ਫਾਊਂਡਲੀ ਦਾ ਮੀਨਿੰਗ ਹੁੰਦਾ ਵਾ ਬੇਵਕੂਫੀ ਨਾਲ, ਬਟ ਪੇਸ਼ੈਂਸ ਟੂ ਪ੍ਰੀਵੈਂਟ ਦਾ ਮਰਮਰ ਸੂਨ ਰਿਪਰਾਈਜ਼। ਹੁਣ ਇੱਕ ਪੇਸ਼ੈਂਸ ਨਾ, ਜਿਵੇਂ ਕਿ ਉਹਦਾ ਆਪਾਂ ਅੰਦਰੋਂ ਵੀ ਕਹਿ ਸਕਦੇ ਹਾਂ, ਅਤੇ ਕ੍ਰਿਸਚਨਸ ਦੇ ਵਿੱਚ ਇਹਨੂੰ ਐਜ਼ ਲਾਈਕ ਗੋਡ ਵੀ ਸਰਵ ਕੀਤਾ ਜਾਂਦਾ ਵਾ। ਅਤੇ ਉਹਨੂੰ ਉਹਦੇ ਸਬਰ ਨੇ ਜਵਾਬ ਦਿੱਤਾ, ਦੈਟ ਮਰਮਰ ਸੂਨ ਰਿਪਲਾਈਜ਼, God doth not need either man's work or his own gifts, ਵੀ ਹੁਣ ਉਹਦੇ ਬੜਬੜਾਹਟ 'ਚ ਉਹਨੂੰ ਆਵਾਜ਼ ਦਿੱਤਾ ਵੀ ਨਾ ਹੀ ਪਰਮਾਤਮਾ ਨੂੰ ਉਹਦੇ ਕੰਮ ਦੀ ਲੋੜ ਹੈ, ਨਾ ਹੀ ਉਹਦੇ ਦਿੱਤੇ ਹੋਏ ਗਿਫਟਾਂ ਦੀ ਲੋੜ ਹੈ। Who best bear his mild yoke, they serve him best, ਵੀ ਜੋ ਵੀ ਪਰਮਾਤਮਾ ਦੇ ਜੋ ਵੀ ਪਰਮਾਤਮਾ ਕਰਦਾ ਵਾ ਉਹਨੂੰ ਸਬਰ ਦੇ ਨਾਲ ਸਹਿ ਲੈਂਦਾ ਵਾ, ਉਹ ਹੀ ਪਰਮਾਤਮਾ ਨੂੰ ਸਰਵ ਕਰਦਾ ਵਾ ਅਸਲੀ ਮਾਇਨੇ ਦੇ ਵਿੱਚ। ਯੋਕ ਦਾ ਮੀਨਿੰਗ ਹੁੰਦਾ ਜੋ ਬੈਲ ਦੇ ਆਪਾਂ ਗਲੇ ਦੇ ਵਿੱਚ ਪਾਉਂਦੇ ਹੁੰਦੇ ਆ। ਹਿਸ ਸਟੇਟ ਇਜ਼ ਕਿੰਗਲੀ, ਉਹ ਰਾਜਾ ਵਾ। ਥਾਊਜ਼ੈਂਡਸ ਐਟ ਹਿਸ ਬਿਜ਼ੀ ਸਪੀਡ ਐਂਡ ਪੋਸਟ ਲੈਂਡ ਐਂਡ ਓਸ਼ਨ ਵਿਦਾਊਟ ਰੈਸਟ, ਵੀ ਹਜ਼ਾਰੇ ਬੰਦੇ ਉਹਨੂੰ ਸਰਵ ਕਰ ਰਹੇ ਨੇ ਬਿਨਾਂ ਹੀ ਥਕੇ, ਅਤੇ ਬਹੁਤ ਸਪੀਡ ਦੇ ਨਾਲ ਧਰਤੀ 'ਤੇ ਵੀ ਅਤੇ ਸਮੁੰਦਰਾਂ ਦੇ ਵਿੱਚ ਵੀ। ਦੇ ਆਲਸੋ ਸਰਵ ਹੂ ਓਨਲੀ ਸਟੈਂਡ ਐਂਡ ਵੇਟ, ਵੀ ਉਹ ਵੀ ਬੰਦੇ ਸਰਵ ਕਰਦੇ ਨੇ ਪਰਮਾਤਮਾ ਨੂੰ ਜਿਹੜੇ ਸਿਰਫ ਸਬਰ ਨਾਲ ਸਬਰ ਰੱਖਦੇ ਨੇ ਅਤੇ ਖੜ੍ਹੇ ਰਹਿੰਦੇ ਨੇ। ਹੁਣ ਇਹਦੇ ਵਿੱਚ ਮੇਨ ਪੁਆਇੰਟ ਦੇ ਵਿੱਚ ਕੀ ਸੀਗਾ ਵੀ ਸਿਲੇ ਉਹੀ ਨਹੀਂ ਸਰਵ ਕਰਦੇ ਜਿਹੜੇ ਕੰਮ ਕਰਦੇ ਨੇ, ਜਿਹੜੇ ਪਰਮਾਤਮਾ ਦੇ ਕਿਤੇ ਜੋ ਵੀ ਪਰਮਾਤਮਾ ਕਰਦਾ ਵਾ ਉਹਨੂੰ ਸਹਿ ਲੈਂਦੇ ਨੇ ਅਤੇ ਉਹਨੂੰ ਸਬਰ ਸੰਤੋਖ ਨਾਲ ਮੰਨ ਲੈਂਦੇ ਨੇ, ਉਹ ਵੀ ਪਰਮਾਤਮਾ ਨੂੰ ਸਰਵ ਕਰ ਦਿੰਦੇ ਨੇ। ਠੀਕ ਹੈ, ਹੁਣ ਅੱਜ ਆਪਾਂ ਕੁਐਸਚਨ ਆਨਸਰਸ ਕਰਦੇ ਹਾਂ। पेज नंबर कितना क्या है?
आ जाओ। ਆਹੋ ਵਟ ਇਜ਼ ਦਾ ਮੇਨ ਆਈਡੀਆ ਆਫ ਦ ਸੋਨੇਟ। ਸੋਨੇਟ ਦਾ ਮੀਨਿੰਗ ਵੀ ਉਹੀ ਪੋਇਮ ਹੀ ਹੋ ਗਿਆ ਵੀ ਕਥਾ ਦੇ ਵਿੱਚ ਕੀ ਲਿਖਿਆ ਗਿਆ ਵਾ। ਮਿਲਟਨ ਬਿਕਮ ਬਲਾਈਂਡ ਐਟ ਦਾ ਏਜ ਆਫ 44। ਹੁਣ ਉਹ ਬਲਾਈਂਡ ਹੋ ਗਿਆ ਸੀਗਾ 44 ਸਾਲ ਦੀ ਉਮਰ ਦੇ ਵਿੱਚ। ਇਨ ਹਿਸ ਸੋਨੇਟ ਔਨ ਹਿਸ ਬਲਾਈਂਡਨੈਸ ਹੀ ਰਿਵਿਊਜ਼ ਹਿਸ ਪੈਡਿਸਮੈਂਟ ਐਜ਼ ਪੋਇਟ। ਤੇ ਹੁਣ ਉਹ ਇਹ ਸਾਰੀ ਸਟੋਰੀ ਦੇ ਵਿੱਚ ਆਪਣੇ ਜਿਹੜੇ ਪੋਇਟ ਹੋਣ ਦੇ ਆਪਣੇ ਰਿਵਿਊਜ਼ ਦਿੰਦਾ ਵਾ ਸਾਰੇ। He says that he has become blind even before half of his life is spent on the earth। ਹੁਣ ਉਹ ਕਹਿੰਦਾ ਵਾ ਵੀ ਉਹ ਬਲਾਈਂਡ ਹੋ ਜਾਂਦਾ ਵਾ, ਅੰਨਾ ਹੋ ਜਾਂਦਾ ਵਾ ਆਪਣੀ ਅੱਧੀ ਉਮਰ ਜੀਣ ਬਾਅਦ। ਠੀਕ ਹੈ, ਆਪਣੀ ਅੱਧੀ ਉਮਰ ਹੀ ਜੀ ਹੁੰਦੀ ਆ ਉਹਨੇ, ਵੀ ਅੱਧੀ ਉਮਰ ਰਹਿੰਦੀ ਆ, ਉਹ ਤੋਂ ਪਹਿਲੇ ਹੀ ਉਹ ਬਲਾਈਂਡ ਹੋ ਜਾਂਦਾ। ਦਾ ਪੋਇਟ ਇਜ਼ ਕਾਊਚ ਇਨ ਦ ਵੈਬ ਆਫ ਡਾਊਟਸ। ਹੁਣ ਜਿਹੜਾ ਉਹ ਜੌਨ ਮਿਲਟਨ ਹੁੰਦਾ ਵਾ ਉਹਨੂੰ ਬਹੁਤ ਸਾਰੇ ਸ਼ੱਕ ਜਿਹੇ ਪੈਣ ਲੱਗ ਜਾਂਦੇ ਨੇ। He thinks that God had gifted him the fullest talent। ਹੁਣ ਉਹਨੂੰ ਲੱਗਦਾ ਵੀ ਪ੍ਰਮਾਤਮਾ ਨੇ ਇੱਕ ਉਹਨੂੰ ਹੁਨਰ ਬਖਸ਼ਿਆ ਸੀਗਾ। But the man's this talent had been taken for him। But ਜਿਹੜਾ ਬੰਦਿਆਂ ਨੇ ਉਹ ਬੰਦਿਆਂ ਨੇ ਸੀਗਾ ਜਿਹੜਾ ਉਹ ਤੋਂ ਉਹ ਟੈਲੈਂਟ ਖੋਹ ਲਿਆ ਸੀਗਾ, taken from him। He could not write poetry now when he had become blind। ਹੁਣ ਉਹ ਨਾ ਹੀ ਪੋਇਟਰੀ ਲਿਖ ਸਕਦਾ ਸੀਗਾ ਬਲਾਈਂਡ ਹੋਣ ਤੋਂ ਬਾਅਦ। His poetic talent was lying useless in him। ਵੀ ਜਿਹੜਾ ਉਹਦਾ ਟੈਲੈਂਟ ਸੀਗਾ ਲਿਖਣ ਦਾ ਉਹਦੇ ਅੰਦਰ ਯੂਜ਼ਲੈਸ ਹੋ ਗਿਆ, ਮਤਲਬ ਕਿ ਕਿਸੇ ਕੰਮ ਦਾ ਨਹੀਂ ਰਿਹਾ। ਹੀ ਇਜ਼ ਅਫਰੇਡ ਲੈਸਟ ਗੋਡ ਸ਼ੁੱਡ ਚਾਈਡ ਹਿਮ ਫॉर ਕੀਪਿੰਗ ਹਿਸ ਟੈਲੈਂਟ ਅਨਯੂਜ਼ਡ। ਹੁਣ ਉਹਨੂੰ ਐਂ ਲੱਗਣ ਲੱਗ ਗਿਆ ਵੀ ਜਦ ਪਰਮਾਤਮਾ ਨੂੰ ਡਾਂਟੂਗਾ, ਉਹ ਡਰ ਲੱਗਦਾ ਸੀਗਾ ਉਹਨੂੰ ਵੀ ਪਰਮਾਤਮਾ ਹੁਣ ਉਹਨੂੰ ਡਾਂਟੂਗਾ ਵੀ ਉਹਨੇ ਆਪਣਾ ਜਿਹੜਾ ਟੈਲੈਂਟ ਸੀਗਾ ਉਹ ਯੂਜ਼ ਨਹੀਂ ਕੀਤਾ, ਅਨਯੂਜ਼ਡ ਰਹਿ ਗਿਆ ਉਹ। ਬਟ ਸੂਨ ਐਨ ਇਨਰ ਵੋਇਸ ਰੀਸ਼ੋਰਸ ਦਾ ਪੋਇਟ। ਵੀ ਜਿਹੜੀ ਹੁਣ ਉਹਦੀ ਅੰਦਰਲੀ ਆਵਾਜ਼ ਹੁੰਦੀ ਆ ਉਹਨੂੰ ਰੀਅਸ਼ੋਰ ਕਰਦੀ ਆ। ਇਟ ਟੈਲਸ ਅ ਪੋਇਟ ਦੈਟ ਗੋਡ ਡਸ ਨੋਟ ਨੀਡ ਮੈਨਸ ਵਰਕ। ਹੁਣ ਉਹਨੂੰ ਕਹਿੰਦੇ ਆ ਵੀ ਪਰਮਾਤਮਾ ਨੂੰ ਕਿਸੇ ਦੇ ਕੰਮ ਦੀ ਲੋੜ ਨਹੀਂ ਹੈਗੀ। ਨੋ ਡਸ ਗੋਡ ਡਿਮਾਂਡ ਫਰੋਮ ਐਨੀ ਅਕਾਊਂਟ ਫਰੋਮ ਮੈਨ ਐਨੀ ਅਕਾਊਂਟ ਆਫ ਹਿਸ ਓਨ ਗਿਫਟ। ਵੀ ਨਾ ਹੀ ਪਰਮਾਤਮਾ ਉਹਦੇ ਦਿੱਤੇ ਹੋਏ ਗਿਫਟ ਉਹਨਾਂ ਬੰਦਿਆਂ ਤੋਂ ਮੰਗਦਾ ਵਾ। ਦਸ ਹੂ ਬੋ ਹੰਬਲੀ ਟੂ ਗੋਡਸ ਵਿਲ ਆਰ ਹਿਸ ਟਰੂ ਸਰਵੈਂਟਸ। ਵੀ ਜਿਹੜੇ ਪਰਮਾਤਮਾ ਦੇ ਕਿਤੇ ਨੂੰ ਝੱਲ ਲੈਂਦੇ ਨੇ ਉਹੀ ਉਹਨੂੰ ਚੱਜ ਨਾਲ ਸਰਵ ਕਰਦੇ ਨੇ। ਦਾ ਬੈਸਟ ਸਰਵਿਸ ਆਫ ਗੋਡ ਇਜ਼ ਟੂ ਪੁੱਟ ਅਪ ਵਿਦ ਹਿਸ ਇਲ ਚੇਅਰਫੁਲੀ। ਫਿਰ ਹੁਣ ਆਪਾਂ ਬੈਸਟ ਸਰਵ ਤਦ ਕਰ ਸਕਦੇ ਹਾਂ ਵੀ ਜੋ ਵੀ ਪਰਮਾਤਮਾ ਨੇ ਆਪਣੇ ਉੱਤੇ ਦੁਵਿਧਾ ਪਾਈ ਆ ਉਹਨੂੰ ਆਪਾਂ ਚੱਜ ਨਾਲ ਸਹਿ ਲਈਏ। ਠੀਕ ਹੈ। Milton's poem on his blindness begins on a note of sadness but end is inquitable। How do you account for it? ਵੀ ਜਿਹੜਾ ਦੁਖੀ ਦੇ ਨਾਲ ਸਟਾਰਟ ਹੁੰਦਾ ਵਾ ਬਟ ਐਂਡ ਉਹਦਾ ਸਹੀ ਹੁੰਦਾ ਵਾ, ਇਹਨੂੰ ਕਿਵੇਂ ਅਕਾਊਂਟ ਕਰਦੇ ਤੁਸੀਂ? ਮਿਲਟਨ ਵਾਸ ਫੀਲਿੰਗ ਟਰਬਲ ਓਵਰ ਹਿਸ ਬਲਾਈਂਡਨੈਸ। ਹੁਣ ਮਿਲਟਨ ਜਿਹੜਾ ਸੀਗਾ ਉਹ ਆਪਣੀ ਬਲਾਈਂਡਨੈਸ ਉੱਤੇ ਟਰਬਲ ਫੀਲ ਕਰ ਰਿਹਾ ਸੀਗਾ। ਹੀ ਫੀਅਰ ਦੈਟ ਗੋਡ ਵਿਲ ਚਾਈਡ ਹਿਮ ਫॉर ਕੀਪਿੰਗ ਹਿਸ ਟੈਲੈਂਟ ਅਨਯੂਜ਼ਡ। ਹੁਣ ਉਹਨੂੰ ਐਂ ਲੱਗ ਰਿਹਾ ਸੀਗਾ ਵੀ ਪਰਮਾਤਮਾ ਉਹਨੂੰ ਡਾਂਟੂਗਾ ਵੀ ਜਿਹੜਾ ਮੈਂ ਤੈਨੂੰ ਹੁਨਰ ਬਖਸ਼ਿਆ ਸੀਗਾ ਲਿਖਣ ਦਾ ਤੂੰ ਉਹਨੂੰ ਯੂਜ਼ ਨਹੀਂ ਕੀਤਾ। ਬਟ ਸੂਨ ਪੇਸ਼ੈਂਸ ਰੀਅਸ਼ੋਰ ਹਿਮ। ਬਟ ਉਹਦੀ ਅੰਦਰਲੀ ਆਵਾਜ਼ ਨੇ ਉਹਨੂੰ ਰੀਅਸ਼ੋਰ ਕੀਤਾ, ਮਤਲਬ ਕਿ ਉਹਨੂੰ ਦੱਸਿਆ। ਇਟ ਰਿਵੈਲਸ ਟੂ ਦਾ ਪੋਇਟ ਦੈਟ ਹੋਲ ਰਿਲੇਸ਼ਨਸ਼ਿਪ ਬਿਟਵੀਨ ਗੋਡ ਐਂਡ ਮੈਨ। ਹੁਣ ਉਹਨੇ ਉਹਨੂੰ ਦੱਸਿਆ ਵੀ ਪਰਮਾਤਮਾ ਅਤੇ ਬੰਦੇ ਦੇ ਵਿੱਚ ਰਿਲੇਸ਼ਨ ਕੀ ਹੈ। ਆਈ ਟੈਲਸ ਦਾ ਪੋਇਟ I tell the poet the gift those who bow I tell the poet the gifts those who bow down to gods will humbly are his best servants। ਉਹਨੂੰ ਕਹਿੰਦਾ ਵਾ ਵੀ ਜਿਹੜੇ ਪਰਮਾਤਮਾ ਨੂੰ ਉਹਦੇ ਦੋਸਤ ਦਾ ਗਿਫਟਸ ਨਹੀਂ ਆਣਾ। ਇਹ tells the poet the gifts। ਪਹਿਲਾਂ ਨਹੀਂ ਕਰਨਾ ਬਚ those who bow down to gods will humbly are his best servants। ਭਈ ਜਿਹੜੇ ਪਰਮਾਤਮਾ ਦੇ ਅੱਗੇ bow down ਦਾ ਹੁੰਦਾ ਸਿਰ ਝੁਕਾਉਣਾ, ਠੀਕ ਹੈ, ਸਿਰ ਝੁਕਾ ਲੈਂਦੇ ਨੇ ਉਹ ਉਹਨੂੰ ਬੈਸਟ ਸਰਵ ਕਰਦੇ ਨੇ ਵੀ ਉਹਦੇ ਵਧੀਆ ਸਰਵਿਸ ਹੈ। ਵਿਲਿੰਗ ਸਬਮਿਸ਼ਨਸ ਦਾ ਵਿਲ ਆਫ ਗੋਡ ਇਜ਼ ਦਾ ਬੈਸਟ ਸਰਵਿਸ। ਭਈ ਹੁਣ ਜਿਹੜੇ ਪਰਮਾਤਮਾ ਨੇ ਜੋ ਆਪਾਂ ਨੂੰ ਜੋ ਆਪਣੇ ਨਾਲ ਭਾਣਾ ਕੀਤਾ ਵਾ ਉਹਨੂੰ ਆਪਾਂ ਸਹਿ ਲਈਏ ਜਾਂ ਉਹਨੂੰ ਆਪਾਂ ਮੰਨ ਲਈਏ, ਉਹੀ ਉਹਦੇ ਨਾਲ ਹੀ ਆਪਾਂ ਉਹਨਾਂ ਨੂੰ ਸਰਵ ਕਰ ਸਕਦੇ ਹਾਂ। God is like great king। ਪਰਮਾਤਮਾ ਇੱਕ ਰਾਜੇ ਤਰ੍ਹਾਂ। he has numberless angels at his service। ਕਿ ਉਹਦੇ ਕੋਲ ਬਹੁਤ ਸਾਰੇ angels ਨੇ, ਮਤਲਬ ਕਿ ਉਹਦੇ ਕੰਮ ਕਰਨ ਵਾਲੇ।
एंजल्स मैनू आप एंजल्स वो भी कह दें फरिश्ते द एंजल्स आर एवर रेडी टू कैरी आउट हिज कमांड्स भी जो एंजल होंगे हमेशा रेडी रहते हैं उन्होंने जो भी उन्होंने कमांड दी उन्होंने मनन के लिए कमांड होंदा हुक्म दस गॉड हैज़ नो डेथ ऑफ सर्वेंट्स भी गॉड को कोई कमी नहीं है सर्वेंट्स की मैन शुड ओनली रिमेंबर दैट दे आल्सो सर्व हू ओनली स्टैंड एंड वेट बट बंदे नूं आ समझना चाहिए वा भी जेडे कल्ले खड़े रहंदे ने ते उहदा वेट करते रहंदे ने मतलब कि सबर करते रहंदे ने वो भी परमात्मा नूं सर्व करदे ने इन अदर वर्ड्स द बेस्ट सर्विस ऑफ गॉड इज टू bow to his will patiently and humbly ਹੁਣ ਉਹ ਕਹਿੰਦੇ ਵੀ ਬੈਸਟ ਸਰਵਿਸ ਆਪਾਂ ਮਤਲਬ ਕਿ ਪ੍ਰਮਾਤਮਾ ਦੇ ਬੈਸਟ ਸਰਵਿਸ ਇਸ ਤਰੀਕੇ ਨਾਲ ਕਰ ਸਕਦੇ ਹਾਂ ਵੀ ਆਪਾਂ ਉਹਨਾਂ ਦੇ ਕੀਤੇ ਹੋਏ ਦੇ ਸਿਰ ਝੁਕਾ ਕੇ ਮੰਨ ਲਈਏ ਪਿਆਰ ਦੇ ਨਾਲ ਠੀਕ ਹੈ ਵਿਲ ਦਾ ਮੀਨਿੰਗ ਹੁੰਦਾ ਇੱਛਾ ਵਿਲ ਵਿਲਿੰਗਨੈਸ ਨਹੀਂ ਕਹਿੰਦੇ ਹੁੰਦੇ ਆਪਾਂ Is God in need of man's next question है is God in need of man's service explained in the light of Moltke's poem on his crimes भी हुण परमात्मा की चाहता वा बंदे तो God does not need man work भी जो परमात्मा वो बंदे का काम नहीं चाहता no does he demand for any from man उरे any आना वा नहीं लिखा है ना NAY ਉੱਥੇ ਹੈ ਨਹੀਂ ਆਣਾ ਲਾਈਕ ਪੈਨਸਿਲ ਕੱਢਣਾ ਪੜੇਗਾ ਫਿਰ ਬਾਅਦ ਵਿੱਚ ਬੋਲਣਾ ਪੈਨਸਿਲ ਲੈ ਕੇ ਆਇਆ account of his own gifts God is like a great king परमात्मा राजे की तरह है he has numberless angels at his command पे ਉਹਦੇ ਕੋਲ ਬਹੁਤ ਸਾਰੇ ਫਰਿਸ਼ਤੇ ਨੇ ਉਹਦਾ ਕੰਮ ਮੰਨਣ ਦੇ ਲਈ these angels speed over land and sea without rest ਵੀ ਉਹ ਕੰਮ ਕਰਦੇ ਰਹਿੰਦੇ ਨੇ ਸਮੁੰਦਰਾਂ ਦੇ ਵਿੱਚ ਤੇ ਧਰਤੀ ਦੇ ਉੱਤੇ ਬਿਨਾਂ ਰੈਸਟ ਲਿੱਤੇ they carry out his commands more speedily ਵੀ ਉਹਦੀ ਜਿਹੜੀ ਕਮਾਂਡ ਹੁੰਦੀ ਹੈ ਜਾਂ ਉਹਨਾਂ ਦਾ ਪਰਮਾਤਮਾ ਦਾ ਉਹਨਾਂ ਨੂੰ ਹੁਕਮ ਹੁੰਦਾ ਵਾ ਉਹਨੂੰ ਬੜੀ ਤੇਜ਼ੀ ਨਾਲ ਮੰਨਦੇ ਦਸ ਗੋਡਸ ਹੈਜ਼ ਨੋ ਡੈਥ ਆਫ ਸਰਵੈਂਟਸ ਵੀ ਪਰਮਾਤਮਾ ਕੋਲ ਕੋਈ ਵੀ ਕਮੀ ਨਹੀਂ ਹੈ ਸਰਵੈਂਟਸ ਦੀ ਹੀ ਹੈਜ਼ ਨੋ ਨੀਡਸ ਆਫ ਮੈਨਸ ਵਰਕ ਵੀ ਉਹਨੂੰ ਬੰਦੇ ਦੇ ਕੰਮ ਦੀ ਕੋਈ ਲੋੜ ਨਹੀਂ ਹੈ ਬੇਰਿੰਗ ਵਿਦ ਗੋਡ ਵਿਲ ਐਕਸੈਪਟ ਫਰੋਮ ਪੇਸ਼ੈਂਟਲੀ ਇਜ਼ ਦਾ ਬੈਸਟ ਸਰਵਿਸ ਵੀ ਆਪਾਂ ਸਬਰ ਦੇ ਨਾਲ ਪਰਮਾਤਮਾ ਦੇ ਕਿੱਤੇ ਨੂੰ ਮੰਨ ਲਈਏ ਉਹੀ ਆਪਾਂ ਉਸ ਤਰੀਕੇ ਨਾਲ ਆਪਾਂ ਉਹਨਾਂ ਨੂੰ ਬੈਸਟ ਸਰਵ ਕਰ ਸਕਦੇ ਹਾਂ ਮੈਨ ਸ਼ੁਡ ਸਿੰਪਲੀ ਬੋ ਆਫ ਗੋਡਸ ਵਿਲ ਚੇਅਰਫੁਲੀ ਵੀ ਬੰਦੇ ਨੂੰ ਪਰਮਾਤਮਾ ਦੇ ਕੀਤੇ ਹੋਏ ਅੱਗੇ ਠੀਕ ਆ ਸਿਰ ਝੁਕਾ ਦੇਣਾ ਚਾਹੀਦਾ ਵਾ ਇਨਫੈਕਟ ਦਿਸ ਇਜ਼ ਅ ਸਬਸਟੈਂਸ ਆਫ ਆਲ ਟਰੂ ਰਿਲੀਜੀਅਨਸ ਵੀ ਇਹ ਹਰ ਰਿਲੀਜੀਅਸ ਦੇ ਵਿੱਚ ਹਰ ਕਲਚਰ ਦੇ ਵਿੱਚ ਇਹੀ ਸਬਸਟੈਂਸ ਹੁੰਦਾ ਵੀ ਪਰਮਾਤਮਾ ਨੇ ਜੋ ਕੀਤਾ ਵਾ ਉਹਨੂੰ ਤੁਸੀਂ ਸਬਰ ਸੰਤੋਖ ਨਾਲ ਮੰਨੋ ਦੇ ਆਲਸੋ ਸਰਵ ਹੂ ਓਨਲੀ ਸਟੈਂਡ ਐਂਡ ਵੇਟ ਵੀ ਉਹ ਵੀ ਪਰਮਾਤਮਾ ਨੂੰ ਸਰਵ ਕਰਦੇ ਨੇ ਜੋ ਸਿਰਫ ਖੜੇ ਰਹਿੰਦੇ ਨੇ ਤੇ ਉਹਦੇ ਵੇਟ ਕਰਦੇ ਨੇ ਇਟ ਇਜ਼ ਦਿਸ ਕਨਕਲੂਜਨ ਦੈਟ ਮਿਲਟਨ ਰੀਚਸ ਐਟ ਇਨ ਦਿਸ ਸੋਨੇਟ ਵੀ ਇਸ ਪੋਇਮ ਦੇ ਵਿੱਚ ਮਿਲਟਨ ਇਸ ਕਨਕਲੂਜਨ ਤੇ ਉੱਤੇ ਐਂਡ ਤੇ ਆ ਕੇ ਨਿਕਲਦਾ ਵਾ ਨੈਕਸਟ ਕੁਐਸਚਨ ਹੈਗਾ ਵਾ ਵਾਈ ਡਜ਼ ਮਿਲਟਨ ਫੀਲ ਗਿਲਟੀ ਇਨ ਹਿਸ ਪੋਇਮ on his blindness how does he overcome his feeling of guilt ਵੀ ਮਿਲਟਨ ਨੇ ਗਿਲਟ ਕਾਤੇ ਫੀਲ ਕੀਤਾ ਪੋਇਮ ਦੇ ਵਿੱਚ ਦੁਖੀ ਸੋਰੀ he does how does he overcome his feeling of guilt ਵੀ ਹੁਣ ਉਹ ਜਿਹੜਾ ਆਪਣਾ ਉਹਨੂੰ ਐ ਲੱਗ ਰਿਹਾ ਸੀਗਾ ਵੀ ਮੈਂ ਕੁਛ ਦੋਸ਼ ਪੰਜਾਬੀ ਦੇ ਵਿੱਚ ਦੋਸ਼ ਕਹਾਂਗੇ ਆਪਾਂ ਇਹਨੂੰ ਵੀ ਗਿਲਟ ਨੂੰ ਦੋਸ਼ ਕਹਾਂਗੇ ਹਾਊ ਡਜ਼ ਮਿਲਟਨ ਫੀਲ ਗਿਲਟੀ ਇਨ ਹਿਸ ਪੋਇਮ ਵੀ ਉਹਨੂੰ ਕਿਵੇਂ ਲੱਗਿਆ ਵੀ ਮੈਂ ਦੋਸ਼ੀ ਹਾਂ ਅਤੇ ਉਸ ਦੋਸ਼ ਪਰ ਜਿਹੜੀ ਉਹਦੀ ਫੀਲਿੰਗ ਸੀਗੀ ਵੀ ਹਾਂ ਮੈਂ ਕੁਛ ਦੋਸ਼ ਕੀਤਾ ਵਾ ਉਹਨੂੰ ਓਵਰਕਮ ਕਿਵੇਂ ਕੀਤਾ ਵੀ ਉਹਨੂੰ ਸਹੀ ਕਿਵੇਂ ਕੀਤਾ ਉਹਨੇ ਗੋਡ ਹੈਡ ਗਿਵਨ ਮਿਲਟਨ ਦਾ ਟੈਲੈਂਟ ਆਫ ਰਾਈਟਿੰਗ ਪੋਇਟਰੀ ਹੁਣ ਉਹਨੇ ਪਰਮਾਤਮਾ ਨੇ ਉਹਨੂੰ ਬਖਸ਼ਿਆ ਸੀਗਾ ਲਿਖਣ ਦਾ ਹੁਨਰ ਬਟ ਨਾਓ ਮਿਲਟਨ ਹੈਜ਼ ਬਿਕਮਸ ਬਲਾਈਂਡ ਬਟ ਹੁਣ ਉਹ ਅੰਨਾ ਹੋ ਚੁੱਕਿਆ ਸੀਗਾ ਹੀ ਕੈਨ ਨਾਟ ਯੂਜ਼ ਦਾ ਟੈਲੈਂਟ ਗਿਵਨ ਟੂ ਹਿਮ ਬਾਈ ਗੋਡ ਭਾਈ ਹੁਣ ਉਹ ਯੂਜ਼ ਨਹੀਂ ਕਰ ਸਕਦਾ ਸੀਗਾ ਉਹ ਟੈਲੈਂਟ ਜਿਹੜਾ ਉਹਨੇ ਪਰਮਾਤਮਾ ਨੇ ਬਖਸ਼ਿਆ ਸੀਗਾ ਉਹਨੂੰ ਇਟ ਫੀਲਸ ਹਿਮ ਵਿਦ ਦਾ ਫੀਲਿੰਗ ਆਫ ਗਿਲਟ ਹੁਣ ਇਹਨੂੰ ਆਹ ਫੀਲਿੰਗ ਨੇ ਉਹਨੂੰ ਐ ਫੀਲ ਕਰਨ ਲਾਤਾ ਸੀਗਾ ਵੀ ਮੈਂ ਦੋਸ਼ੀ ਹਾਂ ਹੀ ਫੀਲਸ ਦੈਟ ਗੋਡ ਵੁੱਡ ਚਾਈਡ ਹਿਮ ਫॉर ਕੀਪਿੰਗ ਹਿਸ ਟੈਲੈਂਟ ਅਨਯੂਜ਼ਡ ਉਹਨੂੰ ਐਂ ਲੱਗਦਾ ਸੀ ਵੀ ਪਰਮਾਤਮਾ ਨੂੰ ਡਾਂਟਣਗੇ ਵੀ ਉਹਨੇ ਜਿਹੜਾ ਆਪਣਾ ਟੈਲੈਂਟ ਸੀਗਾ ਉਹਨੂੰ ਯੂਜ਼ ਨਹੀਂ ਕੀਤਾ ਐਂਡ ਦਿਸ ਫੀਲਿੰਗ ਡਿਸਟਰਬਸ ਹਿਮ ਡੀਪਲੀ
ਵੀ ਇਹ ਫੀਲਿੰਗ ਨੇ ਉਹਨੂੰ ਡੀਪਲੀ ਡਿਸਟਰਬ ਕੀਤਾ ਵਾ। ਬਟ ਦੈਨ ਹੀ ਆਸਕ ਹਿਮਸੈਲਫ, ਫਿਰ ਉਹ ਆਪਣੇ ਆਪ ਨੂੰ ਪੁੱਛਦਾ, ਕੁਡ ਗੋਡ ਐਕਸੈਪਟ ਹਿਮ ਟੂ ਰਾਈਟ ਪੋਟਰੀ ਵੈਨ ਇਟਸ ਆਈਸਾਈਟ ਹੈਡ ਬੀਨ ਟੇਕਨ ਅਵੇ ਫਰੋਮ ਹਿਮ। ਵੀ ਹੁਣ ਵੀ ਪਰਮਾਤਮਾ ਚਾਹੁੰਦਾ ਵਾ ਕਿ ਉਹ ਲਿਖੇ ਜਦ ਉਹਦੀ ਅੱਖਾਂ ਦੀ ਰੋਸ਼ਨੀ ਜਾ ਚੁੱਕੀ ਹੈ। ਗੋਡ ਗੇਵ ਹਿਮ ਪੋਇਟਰੀ ਟੈਲੈਂਟ, ਪੋਇਟਿਕ ਟੈਲੈਂਟ, ਗੋਡ ਨੇ ਉਹਨੂੰ ਇੱਕ ਪੋਇਟਿਕ ਟੈਲੈਂਟ ਦਿੱਤਾ ਸੀਗਾ ਲਿਖਣ ਦਾ। ਐਂਡ ਇਟ ਵਾਸ ਗੋਡ ਹੂ ਟੁੱਕ ਅਵੇ ਹਿਸ ਆਈਸਾਈਟ, ਹੁਣ ਉਹ ਵੀ ਪਰਮਾਤਮਾ ਹੀ ਸੀਗਾ ਜਿਹਨੇ ਉਹਦੀਆਂ ਅੱਖਾਂ ਲੈ ਲਈਆਂ ਸੀਗੀਆਂ। ਸੋ ਦਾ ਬੈਸਟ ਵੇ ਫॉर ਮਿਲਟਨ ਵਾਸ ਟੂ ਬੋ ਟੂ ਗੋਡਸ ਵਿਲ ਮੋਸਟ ਹੰਬਲੀ। ਹੁਣ ਮਿਲਟਨ ਸਿਰਫ ਆਹੀ ਕਰ ਸਕਦਾ ਸੀਗਾ ਵੀ ਪਰਮਾਤਮਾ ਦੀ ਇੱਛਾ ਦੇ ਅੱਗੇ ਨਿਮਰਤਾ ਨਾਲ ਝੁਕ ਸਕਦਾ ਸੀਗਾ। ਦਸ ਮਿਲਟਨ ਇਜ਼ ਐਟ ਲਾਸਟ ਏਬਲ ਟੂ ਓਵਰਕਮ ਹਿਸ ਫੀਲਿੰਗ ਆਫ ਗਲਟ। ਹੁਣ ਆਖਰੀ ਦੇ ਵਿੱਚ ਇਸ ਤਰੀਕੇ ਨਾਲ ਹੀ ਮਿਲਟਨ ਏਬਲ ਹੁੰਦਾ ਵਾ ਓਵਰਕਮ ਕਰਨ ਤੋਂ ਆਪਣੇ ਆਪ ਨੂੰ ਜਿਹੜਾ ਉਹ ਦੋਸ਼ੀ ਮੰਨ ਰਿਹਾ ਸੀਗਾ। ਐਂਡ ਇਨਰ ਵਾਇਸ ਆਲਸੋ ਰੀਅਸ਼ੋਰਡ ਦਾ ਪੋਇਟ, ਉਹਦੇ ਪੋਇਟ ਆਣਾ ਵਾ ਉਹਦੇ ਪੋਇਟ ਕਰ। ਹੁਣ ਜਿਹੜੀ ਉਹਦੀ ਅੰਦਰਲੀ ਆਵਾਜ਼ ਆ ਉਹਨੇ ਆਖੀਰ ਦੇ ਵਿੱਚ ਜਾ ਕੇ ਉਹਨੂੰ ਰੀਅਸ਼ੋਰਡ ਕੀਤਾ। ਇਟ ਟੈਲਸ ਅ ਪੋਇਟ ਦੈਟ ਗੋਡ ਡਜ਼ ਨੋਟ ਨੀਡ ਮੈਨਸ ਵਰਕ ਨੋ ਡਜ਼ ਹੀ ਨੀਡ ਐਨ ਅਕਾਊਂਟ ਆਫ ਹਿਸ ਗਿਫਟ। ਵੀ ਨਾ ਹੀ ਪਰਮਾਤਮਾ ਨੂੰ ਬੰਦੇ ਦਾ ਕੰਮ ਚਾਹੀਦਾ ਹੈ, ਨਾ ਹੀ ਉਹਨੂੰ ਗਿਫਟ ਚਾਹੀਦੇ ਨੇ, ਉਹਦੇ ਤੋਂ ਤੋਹਫੇ ਚਾਹੀਦੇ ਨੇ। ਹੀ ਹੈਜ਼ ਨੰਬਰਲੈਸ ਏਂਜਲਸ ਟੂ ਕੈਰੀ ਆਊਟ ਹਿਸ ਆਰਡਰਸ। ਵੀ ਹੁਣ ਉਹਦੇ ਕੋਲ ਬਹੁਤ ਸਾਰੇ ਫਰਿਸ਼ਤੇ ਨੇ ਜੋ ਉਹਦਾ ਕੰਮ ਕਰ ਸਕਦੇ। ਸੋ ਮੈਨ ਬੈਸਟ ਸਰਵਿਸ ਇਜ਼ ਟੂ ਗੋਡ ਇਜ਼ ਟੂ ਬੋ ਟੂ ਹਿਸ ਵਿਲ ਮੋਸਟ ਹੰਬਲੀ। ਹੁਣ ਬੰਦਾ ਇਸ ਤਰੀਕੇ ਨਾਲ ਸਰਵ ਕਰ ਸਕਦਾ ਪਰਮਾਤਮਾ ਨੂੰ ਕਿ ਉਹ ਜੋ ਵੀ ਪਰਮਾਤਮਾ ਦੀ ਇੱਛਾ ਵਾ ਉਹਨੂੰ ਸਿਰ ਝੁਕਾ ਕੇ ਮੰਨ ਲਵੇ। ਦੇ ਆਲਸੋ ਸਰਵ ਹੂ ਓਨਲੀ ਉਰੇ ਸਟੈਂਡ ਆ ਨਾ, ਹੂ ਓਨਲੀ ਸਟੈਂਡ ਐਂਡ ਵੇਟ। ਵੀ ਉਹ ਵੀ ਪਰਮਾਤਮਾ ਨੂੰ ਸਰਵ ਕਰਦੇ ਨੇ ਜਿਹੜੇ ਸਿਰਫ ਖੜੇ ਰਹਿੰਦੇ ਨੇ ਤੇ ਉਡੀਕ ਕਰਦੇ ਨੇ। ਐਕਸਪਲੇਨ ਹੂ ਬੈਸਟ ਵੇਅਰ ਹਿਸ ਮਾਈਂਡ ਯੋਕ ਦੇ ਸਰਵ ਹਿਮ ਬੈਸਟ। ਵੀ ਜਿਹੜਾ ਪਰਮਾਤਮਾ ਦੇ ਦਿੱਤੇ ਉਸ ਚੀਜ਼ ਨੂੰ, ਕਿਸੇ ਵੀ ਦੁੱਖ ਦਰਦ ਨੂੰ ਸਹਿ ਦਿੰਦੇ ਨੇ, ਉਹ ਵੀ ਪਰਮਾਤਮਾ ਨੂੰ ਸਰਵ ਕਰਦੇ ਨੇ। ਹੁਣ ਇਹਦਾ ਆਨਸਰ ਪੜ੍ਹਦੇ ਹਾਂ ਆਪਾਂ। ਐਨ ਇਨਰ ਵਾਇਸ ਆਫ ਪੇਸ਼ੈਂਸ ਐਕਸਪਲੇਨ ਟੂ ਦਾ ਪੋਇਟ। ਹੁਣ ਜਿਹੜੀ ਉਹਦੀ ਅੰਦਰਲੀ ਆਵਾਜ਼ ਹੁੰਦੀ ਆ ਉਹ ਐਕਸਪਲੇਨ ਕਰਦੀ ਆ ਪੋਇਟ ਨੂੰ ਦਾ ਹੋਲ ਰਿਲੇਸ਼ਨਸ਼ਿਪ ਬਿਟਵੀਨ ਗੋਡ ਐਂਡ ਮੈਨ। ਵੀ ਪਰਮਾਤਮਾ ਅਤੇ ਬੰਦੇ ਦੇ ਵਿੱਚ ਕੀ ਰਿਲੇਸ਼ਨ ਆ। ਇਟ ਟੈਲਸ ਆ ਪੋਇਟ ਦੈਟ ਗੋਡ ਡਜ਼ ਨੋਟ ਨੀਡ ਮੈਨਸ ਵਰਕ। ਹੁਣ ਉਹ ਦੱਸਦਾ ਵੀ ਪਰਮਾਤਮਾ ਨੂੰ ਬੰਦੇ ਦੇ ਕੰਮ ਦੀ ਲੋੜ ਕੋਈ ਵੀ ਨਹੀਂ ਹੈਗੀ। ਨੋ ਡਜ਼ ਗੋਡ ਡਿਮਾਂਡ ਫਰੋਮ ਮੈਨ ਐਨੀ ਅਕਾਊਂਟ ਆਫ ਹਿਸ ਓਨ ਗਿਫਟਸ। ਭਈ ਹੁਣ ਨਾ ਹੀ ਪਰਮਾਤਮਾ ਬੰਦੇ ਤੋਂ ਉਹਦੇ ਦਿੱਤੇ ਹੋਏ ਗਿਫਟਾਂ ਦਾ ਕੋਈ ਅਕਾਊਂਟ ਮੰਗਦਾ, ਕੋਈ ਲੇਖਾ ਜੋਖਾ ਮੰਗਦਾ ਵਾ। ਦਸ ਹੂ ਬੋ ਟੂ ਗੋਡਸ ਵਿਲ ਹੰਬਲੀ ਆਰ ਹਿਸ ਸਰਵੈਂਟ ਵਿਲਿੰਗ ਸਬਮਿਸ਼ਨ ਟੂ ਦਾ ਡਿਕਰੀ ਆਫ ਗੋਡ ਐਟ ਹਿਸ ਬੈਸਟ ਸਰਵਿਸ। ਹੁਣ ਉਹ ਕਹਿੰਦਾ ਵੀ ਜਿਹੜੇ ਪਰਮਾਤਮਾ ਨੂੰ ਸਰਵ ਕਰਦੇ ਨੇ ਉਹਦੀ ਇੱਛਾ ਦੇ ਅਨੁਸਾਰ, ਵੀ ਜੋ ਵੀ ਪਰਮਾਤਮਾ ਨੇ ਕੀਤਾ ਉਹ ਸਹੀ ਆ, ਉਹੀ ਪਰਮਾਤਮਾ ਨੂੰ ਸਰਵ ਕਰਦੇ ਨੇ, ਉਹਨਾਂ ਦੀ ਸੇਵਾ ਕਰਦੇ ਨੇ। ਦਸ ਪੇਸ਼ੈਂਟ ਟੀਚਰਸ ਮਿਲਟਨ ਦਾ ਲੈਸਨ ਆਫ ਸਬਮਿਸ਼ਨ ਆਫ ਗੋਡਸ ਵਿਲ। ਵੀ ਹੁਣ ਜਿਹੜਾ ਪੇਸ਼ੈਂਸ ਹੁੰਦਾ ਵਾ ਉਹ ਮਿਲਟਨ ਨੂੰ ਲੈਸਨ ਦਿੰਦਾ ਵਾ ਵੀ ਕਿਸ ਤਰੀਕੇ ਨਾਲ ਉਹ ਪਰਮਾਤਮਾ ਨੂੰ ਸਰਵ ਕਰ ਸਕਦਾ ਹੈ, ਸੇਵਾ ਕਰ ਸਕਦਾ ਉਹਨਾਂ ਦੀ। ਇਟ ਟੈਲਸ ਅ ਪੋਇਟ ਹੂ ਬੈਸਟ ਵੇਅਰ ਹਿਸ ਮਾਈਂਡ ਯੋਕ ਦੇ ਸਰਵ ਹਿਮ ਬੈਸਟ। ਵੀ ਜਿਹੜਾ ਵੀ ਪਰਮਾਤਮਾ ਦੇ ਦਿੱਤੇ ਕਿਸੇ ਵੀ ਦੁੱਖ ਦਰਦ ਨੂੰ ਸਹਿ ਦਿੰਦਾ ਵਾ ਉਹੀ ਉਹਨੂੰ ਬੈਸਟ ਸਰਵ ਕਰਦਾ, ਉਹਨਾਂ ਦੀ ਸੇਵਾ ਕਰਦਾ। ਦਾ ਪੋਇਮ ਕਮਸ ਟੂ ਰਿਅਲਾਈਜ਼ ਦੈਟ ਦੇ ਆਲਸੋ ਸਰਵ ਹੂ ਓਨਲੀ ਸਟੈਂਡ ਐਂਡ ਵੇਟ। ਵੀ ਜਿਹੜੇ ਸਿਰਫ ਖੜੇ ਰਹਿੰਦੇ ਨੇ ਤੇ ਸਬਰ ਕਰਦੇ ਨੇ ਉਹ ਵੀ ਪਰਮਾਤਮਾ ਨੂੰ ਸਰਵ ਕਰਦੇ ਨੇ, ਸੇਵਾ ਕਰਦੇ ਨੇ ਉਹਨਾਂ। ਗੋਡ ਡਜ਼ ਨੋਟ ਡਿਮਾਂਡ ਫਰੋਮ ਮੈਨ ਐਨੀਥਿੰਗ ਇਨ ਰਿਟਰਨ ਆਫ ਹਿਸ ਗਿਫਟਸ। ਵੀ ਪਰਮਾਤਮਾ ਬੰਦੇ ਤੋਂ ਕੁਛ ਵੀ ਰਿਟਰਨ ਵਿੱਚ ਨਹੀਂ ਭਾਲਦਾ ਜੋ ਉਹਨੇ ਉਹਨਾਂ ਨੂੰ ਗਿਫਟ ਦਿੱਤੇ ਹੋਏ ਨੇ। ਦਾ ਬੈਸਟ ਸਰਵਿਸ ਆਫ ਗੋਡ ਇਜ਼ ਟੂ ਅਪ ਵਿਦ ਹਿਮ ਵਿਲ ਚੇਅਰਫੁਲੀ। ਵੀ ਹੁਣ ਆਪਾਂ ਉਹਦੇ ਜਿਹੜੇ ਵੀ ਇੱਛਾ ਵਾ ਉਹਨੂੰ ਮੰਨ ਲਈਏ, ਉਹੀ ਉਸ ਤਰੀਕੇ ਨਾਲ ਹੀ ਆਪਾਂ ਉਹਨੂੰ ਸਰਵ ਕਰ ਸਕਦੇ ਹਾਂ ਛੱਡ ਕੇ। ਗਿਵ ਦਾ ਸੈਂਟਰ ਆਈਡੀਆ ਆਫ ਦਾ ਪੋਇਮ ਓਨ ਇਜ਼ ਬੈਨ। ਹੁਣ ਇਹਦਾ ਸੈਂਟਰ ਆਈਡੀਆ ਕਰਦੇ ਆਪਾਂ। ਮਿਲਟਨ ਸੇਜ਼ ਐਟ ਦਾ ਐਂਡ ਆਫ ਹਿਸ ਸੋਨੇਟ। ਭਈ ਆਪਣੀ ਕਥਾ ਦੇ ਵਿੱਚ ਉਹ ਅਖੀਰ ਦੇ ਵਿੱਚ ਕਹਿੰਦਾ ਵਾ ਦੇ ਆਲਸੋ ਸਰਵ ਹੂ ਓਨਲੀ ਸਟੈਂਡ ਐਂਡ ਵੇਟ। ਭਈ ਉਹ ਵੀ ਪਰਮਾਤਮਾ ਨੂੰ ਸਰਵ ਕਰਦੇ ਨੇ ਜੋ ਸਿਰਫ ਖੜੇ ਰਹਿੰਦੇ ਨੇ ਤੇ ਵੇਟ ਕਰਦੇ ਨੇ। ਦਿਸ ਲਾਈਨ ਇਜ਼ ਦਾ ਕੀ ਨੋਟ ਆਫ ਦਿਸ ਪੋਇਮ। ਭਈ ਇਹ ਲਾਈਨ ਜਿਹੜੀ ਸੀਗੀ ਉਹ ਕੀ ਨੋਟ ਸੀਗੀ, ਮੇਨ ਲਾਈਨ ਸੀਗੀ ਇਸ ਪੋਇਮ ਦੀ। ਇਟ ਟੀਚ ਦਾ ਵੈਲਿਊ ਆਫ ਪੇਸ਼ੈਂਸ ਇਨ ਮੈਨਸ ਲਾਈਫ। ਹੁਣ ਇਹ ਆਪਾਂ ਨੂੰ ਸਿਖਾਉਂਦੀ ਆ ਵੀ ਸਬਰ ਦੀ ਬੰਦੇ ਦੀ ਜ਼ਿੰਦਗੀ ਦੇ ਵਿੱਚ ਕੀ ਅਹਿਮੀਅਤ ਆ। ਮੈਨ ਸ਼ੁਡ ਨੋਟ ਗ੍ਰੰਬਲ ਓਵਰ ਹਿਸ ਲੋਟ, he should remain cheerful in whatever situation God places him। ਹੁਣ ਜਿਹੜਾ ਬੰਦਾ ਵਾ ਉਹਨੂੰ ਜਿਹੜਾ ਵੀ ਪਰਮਾਤਮਾ ਨੇ ਜਿਸ ਵੀ ਸਿਚੁਏਸ਼ਨ ਦੇ ਵਿੱਚ ਰੱਖਿਆ ਵਾ ਉਹਨੂੰ ਉਸ ਸਿਚੁਏਸ਼ਨ ਨੂੰ ਮੰਨਣਾ ਚਾਹੀਦਾ ਵਾ ਤੇ ਪਰਮਾਤਮਾ ਦੇ ਜੋ ਵੀ ਉਸ ਨਾਲ ਕੀਤਾ ਵਾ
ਉਹਨੂੰ ਸਬਰ ਦੇ ਨਾਲ ਸਹਿ ਲੈਣਾ ਚਾਹੀਦਾ ਵਾ। ਦਾ ਬੈਸਟ ਸਰਵਿਸ ਆਫ ਗੋਡ ਇਜ਼ ਟੂ ਪੁੱਟ ਅਪ ਵਿਦ ਹਿਸ ਵਿਲ ਚੇਅਰਫੁਲੀ। ਹੁਣ ਆਪਾਂ ਪਰਮਾਤਮਾ ਨੂੰ ਕਿਸ ਤਰੀਕੇ ਨਾਲ ਸਰਵ ਕਰ ਸਕਦੇ, ਸੇਵਾ ਕਰ ਸਕਦੇ ਹਾਂ ਉਹਨਾਂ ਦੀ, ਸਿਰਫ ਉਹਨੇ ਜਿਵੇਂ ਇੱਛਾ ਸੀਗੀ ਉਹਨਾਂ ਦੀ, ਉਹਨਾਂ ਨੂੰ ਪ੍ਰਸੰਨਤਾ ਦੇ ਨਾਲ ਮੰਨ ਕੇ। ਮੈਨਸ ਹਾਰਟ ਸ਼ੁਡ ਬੀ ਫੁੱਲ ਆਫ ਲਵ। ਜਿਹੜਾ ਬੰਦੇ ਦਾ ਦਿਲ ਆ ਉਹ ਪੂਰਾ ਪਿਆਰ ਨਾਲ ਅਤੇ ਡਿਵੋਸ਼ਨ ਦੇ ਨਾਲ ਭਰਿਆ ਹੋਣਾ ਚਾਹੀਦਾ ਵਾ, ਮਤਲਬ ਕਿ ਪੂਰਾ ਉਹਨਾਂ ਦੇ ਡਿਵੋਸ਼ਨ ਨੂੰ ਕਹਾਂਗੇ ਆਪਾਂ ਡਿਵੋਸ਼ਨ ਵਰਡ ਨਹੀਂ ਆ ਰਿਹਾ ਪੰਜਾਬੀ ਦੇ ਵਿੱਚ, ਦਿਮਾਗ ਦੇ ਵਿੱਚ। ਫੋਰ ਇਜ਼ ਮੇਕਰ ਫੋਰ ਲਵ ਐਂਡ ਡਿਵੋਸ਼ਨ। ਡਿਵੋਸ਼ਨ ਹੁੰਦਾ ਵਾ ਆਪਾਂ ਕਿਸੇ ਦੇ ਲਈ ਉਹ ਨਹੀਂ ਹੁੰਦੇ ਸਮਰਪਕ, ਹਾਂ ਸਮਰਪਿਤ। God does not need man's work। ਵੀ ਪਰਮਾਤਮਾ ਨੂੰ ਬੰਦੇ ਦੇ ਕੰਮ ਦੀ ਕੋਈ ਵੀ ਲੋੜ ਨਹੀਂ। No does he demand from any account of his own gifts। ਵੀ ਪਰਮਾਤਮਾ ਕੋਈ ਵੀ ਅਕਾਊਂਟ ਨਹੀਂ ਪਾਲਦਾ ਉਹਨਾਂ ਦਿੱਤੇ ਹੋਏ ਗਿਫਟ ਦੀ। willing submission to the decree of God is man best service to his maker। ਵੀ ਉਹ ਪਰਮਾਤਮਾ ਦੀ ਇੱਛਾ ਨੂੰ ਮੰਨ ਲੈਣਾ ਹੀ, ਮੰਨਣ ਦੇ ਨਾਲ ਹੀ ਬੰਦਾ ਸਰਵ ਕਰ ਸਕਦਾ ਵਾ ਆਪਣੇ ਪਰਮਾਤਮਾ ਨੂੰ। Man should bear God's mild yoke cheerfully। ਹੁਣ ਜੇ ਪਰਮਾਤਮਾ ਨੇ ਉਹਨੂੰ ਦੁੱਖ ਪਾਇਆ, ਉਹਨੂੰ ਪ੍ਰਸੰਨਤਾ ਦੇ ਨਾਲ ਬੰਦੇ ਨੂੰ ਮੰਨਣਾ ਚਾਹੀਦਾ। ਇਨਫੈਕਟ ਮਿਲਟਨ ਸੋਲਡ ਸਮ ਆਫ ਦਾ ਟੀਚਿੰਗ ਆਫ ਆਰ ਟੂ ਰਿਲੀਜੀਅਸ। ਹੁਣ ਜਿਹੜਾ ਮਿਲਟਨ ਨੇ ਆਪਣੀ ਸਾਰੀ ਪੋਇਮ ਦੇ ਵਿੱਚ ਜੋ ਵੀ ਸਾਰੇ ਰਿਲੀਜੀਅਸ ਨੇ, ਕਲਚਰ ਨੇ, ਉਹਨਾਂ ਦੇ ਵਿੱਚ ਕਿਹਾ ਜਾਂਦਾ ਵਾ, ਉਹਨੂੰ ਸਮ ਅਪ ਕਰ ਲਿਆ ਵੀ ਪਰਮਾਤਮਾ ਜੋ ਵੀ ਤੁਹਾਡੇ ਨਾਲ ਕਰਦਾ ਵਾ, ਤੁਹਾਨੂੰ ਉਹਨੂੰ ਪਿਆਰ ਦੇ ਨਾਲ ਅਤੇ ਸਬਰ ਦੇ ਨਾਲ ਸਹਿ ਲੈਣਾ ਚਾਹੀਦਾ ਹੈ। Is it the last question?